ਸ੍ਰੀ ਅਕਾਲ ਜੀ। ਮਨਜ਼ੂਰੀ ਜਿਹੜੀ ਮੀਡੀਆ ਲੱਗਦਾ ਕਿ ਹੁਣ ਜਿਹੜਾ ਇੱਕ ਸਿੱਖਾਂ ਨੂੰ ਜਿਹੜਾ ਇਨਸਾਫ ਮਿਲ ਜਾਵੇਗਾ। ਨਹੀਂ ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਸਾਹਮਣੇ ਹੈ ਨਾ ਉੱਤੇ ਨਾ ਵਿਸ਼ਵਾਸ ਰੱਖਿਆ ਕਰੋ। ਅੰਦਰ ਕੀ ਹੋ ਰਿਹਾ ਉਹਦੀ ਘੋਖ ਕਰਿਆ ਕਰੋ। ਮੈਂ ਸਮਝਦਾ ਹਾਂ ਇਨਵੈਸਟੀਗੇਟਿਵ ਜਰਨਲਿਜ਼ਮ ਜਦ ਤੱਕ ਤੁਹਾਡੀ ਨਹੀਂ ਜਾਗੂਗੀ ਤੁਹਾਨੂੰ ਸੱਚਾਈ ਨਹੀਂ ਕਦੇ ਪਤਾ ਲੱਗੂ। ਹਰਿਆਣੇ ਦੀ ਇਲੈਕਸ਼ਨ ਨੂੰ ਉਡੀਕਿਆ ਕਿਉਂ ਗਿਆ? ਕਿਉਂਕਿ ਇੱਕ ਅੰਡਰਸਟੈਂਡਿੰਗ ਹੋਈ ਹੈ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ, ਔਰ ਉਸ ਅੰਡਰਸਟੈਂਡਿੰਗ ਤਹਿਤ 2.5 ਸਾਲ ਇਹਨਾਂ ਕੇਸਾਂ ਨੂੰ ਭਗਵੰਤ ਮਾਨ ਨੇ ਠੰਡੇ ਬਸਤੇ 'ਚ ਰੱਖਿਆ। ਹਰਿਆਣੇ ਦੀ ਇਲੈਕਸ਼ਨ ਨਿਕਲੀ ਹੈ ਔਰ ਫਿਰ ਇਹ ਮਨਜ਼ੂਰੀ ਦਿੱਤੀ ਹੈ, ਜਿਹੜੀ 2.5 ਸਾਲ ਪਹਿਲਾਂ ਦੇ ਦਿੱਤੀ ਜਾਣੀ ਚਾਹੀਦੀ ਸੀ। ਕਿਉਂਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਬੜੇ ਚਿਰ ਤੋਂ ਉਠਾ ਰਹੀ ਹੈ, 2015-16 ਤੋਂ ਉਠਾ ਰਹੀ ਹੈ, ਮਗਰ ਉਸ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ ਕਿ ਭਗਵੰਤ ਮਾਨ ਨੇ ਜਦ ਵੀ ਉਹ ਕੇਸ ਟ੍ਰਾਂਸਫਰ ਮੰਗਦੇ ਸੀ ਉਹਦੇ 'ਚ ਜੇ ਤੁਸੀਂ ਸਰਕਾਰੀ ਪੱਖ ਦਾ ਰਵੱਈਆ ਵੇਖੋ ਤੇ ਉਹ ਰਾਮ ਰਹੀਮ ਦੀ ਮਦਦ ਕਰਨ ਵਾਲਾ ਰਿਹਾ, ਔਰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਸ ਗੱਲ ਨੂੰ ਰੇਜ਼ ਕੀਤਾ ਗਿਆ। ਅੱਜ ਇਹਨੇ ਸੈਂਕਸ਼ਨ ਭਾਵੇਂ ਦੇ ਦਿੱਤੀ, ਮਗਰ ਉਸ ਕੇਸ 'ਚ ਇਸ ਕਿਸਮ ਦੀਆਂ ਕਮਜ਼ੋਰੀਆਂ ਨੇ ਕਿ ਅਖੀਰ 'ਚ ਉਹ ਫੇਰ ਜਾ ਕੇ ਸੁਪਰੀਮ ਕੋਰਟ ਤੋਂ ਸਟੇ ਲੈ ਆਉਣਗੇ ਤੇ ਉੱਥੇ ਵੇਖ ਲਿਓ ਇਹਨਾਂ ਦਾ ਰਵੱਈਆ ਉਹਦੀ ਮਦਦ ਵਾਲਾ ਹੀ ਹੋਣਾ। ਕਿਉਂਕਿ ਭਾਜਪਾ ਔਨ ਰਿਕਾਰਡ ਹੈ, ਭਾਜਪਾ ਔਨ ਰਿਕਾਰਡ ਹੈ ਉਹਨੂੰ ਪਰੋਲ ਦਿੰਦਿਆਂ ਦੀ ਵੀ ਬਾਬੇ ਨੂੰ, ਤੇ ਉਸ ਡਿਫਾਲਟਰ ਬਾਬੇ ਰਾਮ ਰਹੀਮ ਨੂੰ ਉਹਦੀ ਸਿਫਤ ਕਰਦੇ ਸੀਐਮ ਨੈਬ ਸਿੰਘ ਸੈਣੀ ਔਨ ਰਿਕਾਰਡ ਹੈ। ਇਲੈਕਸ਼ਨ ਜਿੱਤਣ ਤੋਂ ਬਾਅਦ ਨੈਬ ਸਿੰਘ ਸੈਣੀ ਬਾਬੇ ਦਾ ਧੰਨਵਾਦ ਵੀ ਕਰ ਰਿਹਾ ਤੇ ਔਰ ਜੋ ਇਹ ਸਾਰੀ ਗੱਲ ਹਰਿਆਣੇ ਦੀ ਖੇਡੀ ਗਈ ਹੈ, ਕੇਜਰੀਵਾਲ ਸਾਹਿਬ ਦੀ ਜ਼ਮਾਨਤ, ਸਤਿੰਦਰ ਜੈਨ ਦੀ ਜ਼ਮਾਨਤ, ਕਾਂਗਰਸ ਦੇ ਉਲਟ ਕੈਂਡੀਡੇਟ ਖੜੇ ਕਰਨੇ, 50-60 ਹਜ਼ਾਰ ਵੋਟਾਂ ਦਾ 20,000 ਵੋਟਾਂ ਦਾ ਕੁੱਲ ਫਰਕ ਹੈ, ਦੋਵੇਂ ਪਾਰਟੀਆਂ 'ਚ ਬਹੁਤ ਘੱਟ ਅੰਤਰ ਹੈ। ਉਹ ਸਾਰਾ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ, ਔਰ ਉਹ ਸਾਜ਼ਿਸ਼ 'ਚ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਭਾਜਪਾ ਦੀ ਲੀਡਰਸ਼ਿਪ, ਨੈਬ ਸਿੰਘ ਸੈਣੀ ਤੇ ਵੱਡੀ ਲੀਡਰਸ਼ਿਪ ਨੇ ਰਲ ਮਿਲ ਕੇ ਰੋਲ ਖੇਡਿਆ। ਇਸ ਲਈ ਤੁਸੀਂ ਨਾ ਸਮਝੋ ਬਾਬੇ ਨੂੰ ਕੁਝ ਹੋਣ ਲੱਗਿਆ। ਬਾਬਾ ਜਿੰਨੀ ਪਰੋਲ ਮਿਲਦੀ ਹੈ, ਮੈਨੂੰ ਲੱਗਦਾ ਕਿਸੇ ਨੂੰ ਉਨੀ ਪਰੋਲ ਤਾਂ ਐਡੇ ਸੰਗੀਨ ਆਰੋਪ 'ਚ ਦੇਸ਼ 'ਚ ਕਿਸੇ ਹੋਰ ਨੂੰ ਨਹੀਂ ਮਿਲਦੀ। ਜਿਸ ਬੰਦਾ ਜਿਹੜਾ ਜੇਲਰ ਸੁਪਰਿੰਟੈਂਡੈਂਟ ਪਰੋਲ ਦਿੰਦਾ ਉਹਨੂੰ ਤਾਂ ਭਾਜਪਾ ਨੇ ਕੈਂਡੀਡੇਟ ਬਣਾ ਕੇ ਐਮਐਲਏ ਵੀ ਬਣ ਗਿਆ। ਸੋ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਚਾਲੀ, ਮੈਂ ਕਹਿੰਦਾ ਅਸਲ ਮੁੱਖ ਮੰਤਰੀ ਤਾਂ ਬਾਬਾ ਡਿਫਾਲਟਰ ਬਾਬਾ ਹੀ ਹੋਇਆ ਰਾਮ ਰਹੀਮ, ਔਰ ਜੋ ਭਗਵੰਤ ਮਾਨ ਦੀ ਸਰਕਾਰ ਹੈ ਇਹਨੂੰ ਵੀ ਪ੍ਰੋਕਸੀ ਤਰੀਕੇ ਨਾਲ ਉਹੀ ਚਲਾ ਰਿਹਾ। ਇਸ ਲਈ ਬਿਲਕੁਲ ਇਹਦੇ 'ਚ ਮਾੜੀ ਜੀ ਵੀ ਖੁਸ਼ੀ ਨਾ ਮਨਾਇਓ। 2.5-3 ਸਾਲ ਸਮਾਂ ਨਿਕਲਣ ਤੋਂ ਬਾਅਦ ਮਹਾ ਹੀ ਅੱਜ ਮਨਜ਼ੂਰੀ ਮਿਲੀ ਹੈ। ਹਲੇ ਤਾਂ ਬੜੇ ਜਿਹੜਾ ਉਹ ਕੋਰਟ ਦੇ ਦਾਅ ਪੇਚ, ਕੋਰਟ 'ਚ ਕਈ ਅਰਜ਼ੀਆਂ ਜਾਣੀਆਂ, ਉਦੋਂ ਸਰਕਾਰ ਦਾ ਕੀ ਰਵੱਈਆ ਰਹਿਣਾ ਜੋ ਕੋਟਕਪੂਰੇ ਰਿਹਾ ਸੀ। ਮਜੀਠੀਆ ਸਾਹਿਬ ਝੋਨੇ ਦੀ ਫਸਲ ਤਾਂ ਨਹੀਂ ਚੱਕੀ, ਲਗਾਤਾਰ ਦਾਅਵੇ। ਦੇਖੋ, ਸਭ ਤੋਂ ਜਿਹੜਾ ਆਈ ਥਿੰਕ ਅੱਜ ਦੀ ਡੇਟ 'ਚ ਜਿਹੜਾ ਚਿੰਤਾ ਦਾ ਵਿਸ਼ਾ, ਔਰ ਮੈਂ ਭਗਵੰਤ ਮਾਨ ਦਾ ਵੱਡਾ ਫੇਲੀਅਰ ਪੰਜਾਬ ਦੇ ਇਤਿਹਾਸ 'ਚ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਐਗਰੀਕਲਚਰ ਸਟੇਟ 'ਚ ਜਿਸ ਤਰੀਕੇ ਦੀ ਇਹ ਝੋਨੇ ਦੀ ਲਿਫਟਿੰਗ ਹੋ ਰਹੀ ਹੈ, ਪਿਛਲੀ ਕਿਸੇ ਸਰਕਾਰ ਵੇਲੇ, ਚਾਹੇ ਉਹ ਕਾਂਗਰਸ ਦੀ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੀ, ਇਹੋ ਜਿਹੇ ਹਾਲਾਤ ਕਦੇ ਪੈਦਾ ਨਹੀਂ ਹੋਏ। ਅੱਜ ਜੇ ਸਭ ਤੋਂ ਵੱਡਾ ਬੰਦਾ, ਇੱਕ ਬੰਦਾ ਜ਼ਿੰਮੇਵਾਰ ਹੋਊਗਾ ਕਿਸਾਨ ਖੁਦਕੁਸ਼ੀ ਲਈ, ਉਹ ਕੇਵਲ ਤੇ ਕੇਵਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ। 2320 ਰੁਪਈਆ ਜਦੋਂ ਫਸਲ ਦੇ ਰੇਟ ਐਲਾਨੇ ਗਏ ਆ, ਕੀ ਇਹ ਕ੍ਰਿਮੀਨਲ ਨੈਗਲੀਜੈਂਸ ਨਹੀਂ? ਕੀ ਇਹ ਕਾਰਵਾਈ ਨਹੀਂ ਬਣਦੀ ਕਿ ਉਸ ਕਿਸਾਨ ਨੂੰ ਜਿਹੜਾ ਆਪ ਦੀ ਫਸਲ ਦੀ ਸਾਂਭ ਸੰਭਾਲ ਕਰੇ, ਖਰਚਾ ਕਰੇ, ਔਰ ਉਹਨੂੰ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਵੀ ਨਾ ਮਿਲੇ? ਉਹ 200 ਰੁਪਈਏ, 150 ਰੁਪਈਆ, 300 ਰੁਪਈਏ, ਕੋਈ 1900 ਦੀ ਵੇਚ ਰਿਹਾ, ਕੋਈ 2000 ਦੀ ਵੇਚ ਰਿਹਾ, ਕੋਈ 2100 ਦੀ
ਮੰਡੀ 'ਚ ਵੇਚ ਕੇ ਆ ਰਿਹਾ। ਇਹ ਕ੍ਰਿਮੀਨਲ ਨੈਗਲੀਜੈਂਸ ਕਿਹਦੀ ਆ? ਭਗਵੰਤ ਮਾਨ ਦੀ। ਮੈਂ ਸਮਝਦਾ ਇਹਦੇ ਖਿਲਾਫ ਔਰ ਇਹਦੇ ਕਟਾਰੂ ਚੱਕ ਜਿਹੜਾ ਇਹਨਾਂ ਦਾ ਮੰਤਰੀ ਆ, ਮੋਸਟ ਫੇਵਰੇਟ ਮੰਤਰੀ, ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਹਜ਼ਾਰਾਂ ਕਰੋੜ ਦਾ, ਲੱਖਾਂ ਕਰੋੜ ਦਾ ਕਿਸਾਨਾਂ ਨੂੰ ਨੁਕਸਾਨ ਹੋਣਾ ਅਖੀਰ 'ਚ। ਜਦੋਂ ਉਹਨੂੰ ਰੇਟ ਨਹੀਂ ਮਿਲਣਾ, ਫਸਲ ਉਹਦੀ MSP ਉਹਨੂੰ ਮਿਲੀ ਆ, ਮਗਰ ਜੇ ਉਹਨੂੰ ਰੇਟ ਨਾ ਮਿਲੇ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਔਰ ਹਾਲਾਤ ਵੇਖ ਲਓ ਮੰਡੀਆਂ 'ਚ ਕੀ ਹੈ। 1 ਤਰੀਕ ਤੋਂ ਖਰੀਦ ਸ਼ੁਰੂ ਹੋਈ ਸੀ, ਅੱਜ 22 ਹੋ ਗਈ, ਹਾਲੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ ਠੀਕ ਤਰੀਕੇ ਨਾਲ। ਬਾਰਦਾਨਾ ਨਹੀਂ ਅਵੇਲੇਬਲ। ਜਿੱਥੇ ਬਾਰਦਾਨਾ ਨਹੀਂ ਤੇ ਮਤਲਬ ਤੁਹਾਡੀ ਤਿਆਰੀ ਕੋਈ ਨਹੀਂ। ਔਰ ਜੇ 2320 ਰੇਟ ਲੱਗ ਨਹੀਂ ਰਿਹਾ ਕਿਉਂਕਿ ਸਰਕਾਰੀ ਖਰੀਦ ਹੋ ਨਹੀਂ ਰਹੀ, ਪ੍ਰਾਈਵੇਟ ਪਲੇਅਰ ਨੂੰ ਮੁਨਾਫੇ ਪਹੁੰਚਾਉਣ ਲਈ ਕਿਸਾਨਾਂ ਨੂੰ ਠੋਕ ਦਿਓ, ਮਗਰ ਪ੍ਰਾਈਵੇਟ ਪਲੇਅਰ ਨੂੰ ਮੁਨਾਫਾ ਹੋਵੇ। ਇਹਦੀ ਵੀ ਇੱਕ ਵੱਡੀ ਇਨਕੁਆਇਰੀ ਦੀ ਲੋੜ ਹੈ ਕਿ ਕੌਣ ਇਸ ਪ੍ਰਾਈਵੇਟ ਪਲੇਅਰ ਦੇ ਪਿੱਛੇ ਹੱਥ ਕਿਹਦੇ ਨੇ। ਔਰ ਕੇਵਲ ਇਹ ਨਹੀਂ, ਜਿੱਥੇ ਮੰਡੀਆਂ 'ਚ ਕਿਸਾਨਾਂ ਰੋਲ ਰਿਹਾ, ਅੱਜ ਖਬਰ ਵੀ ਲੱਗੀ ਹੈ ਕਿਵੇਂ ਉਹ ਬੇਟੀ ਜਿਹਦਾ ਬਾਪ ਬਿਮਾਰ ਹੈ, ਉਹ ਵਿਚਾਰਾ ਜਾ ਕੇ ਉੱਥੇ ਮੰਡੀ 'ਚ ਬੈਠੀ ਆਪਦੇ ਬਾਪ ਨਾਲ, ਕਿਉਂਕਿ ਉਹ ਹਾਰਟ ਦੇ ਮਰੀਜ਼ ਨੇ, ਉਹ ਵਿਚਾਰੇ ਉੱਥੇ ਬੈਠੇ ਆ, ਉਹਨਾਂ ਨੂੰ ਨਹੀਂ ਮਿਲ ਰਿਹਾ। ਮਗਰ ਨਾ ਬਾਰਦਾਨਾ ਅਵੇਲੇਬਲ ਹੈ ਜੀ, ਨਾ ਲਿਫਟਿੰਗ ਹੋ ਰਹੀ ਹੈ, ਨਾ ਪਰਚੇਸ ਪੈ ਰਹੀ ਹੈ। ਔਰ ਵੱਡੀ ਗੱਲ ਜਿਹੜੀ DAP ਦੀ ਸ਼ਾਰਟੇਜ ਹੈ, ਅਗਲੀ ਮਾਰ ਕਿਸਾਨਾਂ ਨੂੰ ਉਹਦੀ ਪੈ ਰਹੀ ਹੈ। ਜਿਹੜੀ ਕਿਸਾਨਾਂ ਦੀ ਮੁਸਕਰਾਹਟ ਸੀ, ਜੇ ਕਿਸੇ ਨੇ ਉਡਾਤੀ ਅੱਜ, ਉਹ ਭਗਵੰਤ ਮਾਨ ਹੈ। ਫੈਸਟੀਵਲ ਸੀਜ਼ਨ ਹੋਵੇ, ਤਿਉਹਾਰ ਦੇ ਦਿਨ ਹੋਵਣ ਤੇ ਕਿਸਾਨ ਖੁਸ਼ੀ ਨਾ ਮਨਾਵੇ ਜਿਹਨੂੰ ਸੀਗਾ। ਔਰ ਮਾਰ ਕੱਲੀ ਇਹ ਨਹੀਂ, ਫਸਲ ਉਹ ਪਹਿਲਾਂ ਵੱਢ ਨਹੀਂ ਰਿਹਾ ਕਿਉਂਕਿ ਮੰਡੀ 'ਚ ਲਿਫਟਿੰਗ ਨਹੀਂ, ਇਸ ਆਸ 'ਚ ਜਦੋਂ ਨਹੀਂ ਵੱਢਦਾ ਉਹਦੀ ਝਾੜ ਡਿੱਗਦਾ। ਮਤਲਬ ਉਹ ਹਰ ਕਿਸਮ ਦੀ ਮਾਰ ਉਹਨੂੰ ਪੈ ਰਹੀ ਹੈ। ਉੱਥੇ ਜਾ ਕੇ ਫਸਲ ਪਈ ਰਹਿੰਦੀ ਹੈ ਤਾਂ ਮਾਰ ਪੈ ਰਹੀ ਹੈ। ਸਰਕਾਰ ਵੱਲੋਂ ਅੰਕੜੇ ਜਾਰੀ ਕੀਤੇ ਜਾ ਰਹੇ ਕਿ 25 ਲੱਖ ਮੈਟ੍ਰਿਕ ਟਨ ਜਿਹੜੀ ਹੈ ਪੈਡੀ ਮੰਡੀਆਂ ਦੇ ਵਿੱਚ ਆਈ ਤੇ 22 ਲੱਖ ਮੈਟ੍ਰਿਕ ਟਨ ਜਿਹੜੀ ਹੈ ਚੱਕ ਲਈ। ਉਹੀ ਕਿੰਨੇ ਦੀ? ਮੈਂ ਤਾਂ ਆਪ ਕਹਿ ਰਿਹਾ ਖਰੀਦ ਹੋ ਰਹੀ ਹੈ ਮਗਰ ਪ੍ਰਾਈਵੇਟ ਕਰਾ ਰਹੀ ਹੈ। 2320 ਦੀ ਦੱਸਣ। ਇਹ ਤਾਂ ਹਰ ਮੰਡੀ 'ਚ, ਹਰ ਸੜਕ 'ਤੇ ਜਾਮ ਕੀਤੀ ਪਈ ਹੈ ਕਿਸਾਨਾਂ ਨੇ। ਧਰਨੇ ਕਾਹਦੇ ਲੱਗਣ ਡੇ ਆ? ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਆ ਲਾਸਟ ਟਾਈਮ ਜਦ ਹਸਪਤਾਲ 'ਚੋਂ ਠੀਕ ਹੋ ਕੇ ਆਏ ਆ ਨਾ, ਚਲੋ ਸਿਹਤ ਜਾਬਤਾ ਰਵੇ, ਠੀਕ ਰਵੇ, ਮਗਰ ਉਹ ਆਲ ਇਜ਼ ਨਾਟ ਵੈਲ ਵਿਦ ਹਿਮ। ਜਿਹਨੂੰ ਹਾਲੇ ਤੱਕ ਨਹੀਂ ਸਮਝ ਆ ਰਹੀ ਮੰਡੀਆਂ 'ਚ ਕੀ ਹੋ ਰਿਹਾ। ਤੁਸੀਂ ਕਿਸੇ ਮੰਡੀ ਚਲੇ ਜਾਓ, ਕਿਸੇ ਮੰਡੀ 'ਚ ਤੁਹਾਨੂੰ ਕੋਈ ਕਹਿ ਦੇਵੇ ਕਿ 2320 ਰੇਟ ਉਹਨਾਂ ਨੂੰ ਮਿਲ ਰਿਹਾ। ਵਾਈ ਸ਼ੁੱਡ ਦਾ ਕਿਸਾਨ ਕਿਉਂ ਸਫਰ ਕਰੇ? ਖੇਤ ਮਜ਼ਦੂਰ ਕਿਉਂ ਸਫਰ ਕਰੇ? ਮਾੜੀ ਕਾਰਗੁਜ਼ਾਰੀ ਭਗਵੰਤ ਮਾਨ ਦੀ ਸਫਰ ਹੋ ਕਰਨ। ਦਿੱਲੀ ਮੁੱਖ ਮੰਤਰੀ ਵੀ ਅੱਜ ਭਗਵੰਤ ਮਾਨ ਨੂੰ ਮਿਲ ਕੇ ਗਏ ਨੇ, ਤਮਾਮ ਮੁੱਦਿਆਂ ਤੇ ਗਵਰਨਮੈਂਟ ਤੇ ਵੀ ਉਹ ਗੱਲਬਾਤ ਕਰਕੇ। ਨਹੀਂ, ਉਹ ਤਾਂ ਵੱਧ ਤੋਂ ਵੱਧ ਬੀਬੀ ਇਹੀ ਕਹਿ ਕੇ ਗਈ ਹੋਣੀ ਕਿ ਘੱਟ ਗਿਆ। ਅਗਰ ਹੋਰ ਉਹਨੇ ਕਾਹਦੀ ਉਹਦੇ ਨਾਲ ਕਾਹਦੀ ਗੱਲ ਕਰਨੀ? ਤੁਸੀਂ ਮੈਂ ਤੁਹਾਨੂੰ ਫੇਰ ਦੱਸਾਂ ਜੀ, ਜੋ ਪ੍ਰੈਸ ਰਿਲੀਜ਼ ਆਵੇ, ਜੋ ਸਾਹਮਣੇ ਕਿਹਾ ਜਾਵੇ, ਜਮਾਂ ਨਾ ਵਿਸ਼ਵਾਸ ਰੱਖੋ। ਖੋਜੀ ਪੱਤਰਕਾਰੀ ਕਰਿਆ ਕਰੋ ਕਿ ਅਸਲੀਅਤ ਕੀ ਹੈ। ਪਰ ਮੈਂ ਤੁਹਾਨੂੰ ਦੱਸ ਰਹੀ ਹਾਂ, ਬੀਬੀ ਇੱਕੋ ਸਲਾਹ ਦੇ ਕੇ ਗਈ ਆ ਕਿ ਡਰਿੰਕਿੰਗ ਇਜ਼ ਇੰਜੂਰੀਅਸ ਟੂ ਹੈਲਥ। ਹੋਰ ਇਹਨੂੰ ਕੋਈ ਸਲਾਹ ਦੀ ਲੋੜ ਨਹੀਂ, ਸੁਣਦਾ ਕਿਸੇ ਦੀ। थैंक यू सर। आज बैठे थे, क्या कुछ कहेंगे? नहीं, जो वो तो अभी अंदर फैसला होएगा जी। सर, राम रहीम को केस चलाने के लिए मंजूरी दे दी है मुख्यमंत्री ने, किस तरीके से देखते हैं? नहीं, पहले तो बहुत बड़ा डिले हुआ है जी 2.5 साल बाद, और 2.5 साल के बाद अगर मंजूरी मिली है, ये जो बीजेपी की और आम आदमी पार्टी की मिली भुग सामने आई है। हरियाणा की इलेक्शन से पहले क्यों नहीं? सारे केस तो ट्रांसफर हो गया या स्टे हो गया। वो कमजोरी किसकी थी? वो आम आदमी पार्टी की कमजोरी थी। और ये जो हरियाणा इलेक्शन, ये इलेक्शन में जो सच्चाई सामने आई है, अरविंद केजरीवाल की बेल और अरविंद केजरीवाल का कांग्रेस से अलग लड़ना और राम रहीम को पैरोल देना, और नैब सिंह सैनी तो ओपनली उनका धन्यवाद कर रहे हैं राम रहीम का, वो डिफॉल्टर बाबे का, और उस बाबे की भगवंत मान मदद कर रहे हैं। ये सारी चीजें इससे स्पष्ट हो गई हैं। और मैं आज भी मानता हूं कि ये तो मंजूरी कागजों में है, अभी कोर्ट में जाके क्या होगा? उधर फिर जाके गवर्नमेंट उसके हक की बात करती है। इसलिए लोगों को सुचेत रहने की जरूरत है। भगवंत मान वो कर रहा है जो बीजेपी कह रही है, और ये दोनों बाबे राम रहीम की मदद पे है। सर, को लेकर निरंतर सवाल उठाए जा रहे हैं कि पराली जलाई जा रही, पंजाब में, दिल्ली के अंदर धुआं जा रहा है, किस तरीके से? नहीं, देखो, पराली के मुद्दे में ये पॉलिटिक्स भी केजरीवाल साहब ने शुरू करी थी। आप चंडीगढ़ में बैठे हो, ये पंजाब का हिस्सा है, पंजाब के खेत आसपास में हैं, क्या यहाँ पे पोल्यूशन है?
ये केजरीवाल की उस वक्त की पॉलिटिक्स थी, क्योंकि उस वक्त सरकार आम आदमी पार्टी के उलट होती थी और वो कहते थे कि जितना पोल्यूशन दिल्ली हो रहा है वो उसके जिम्मेवार पंजाब के किसान हैं, विच इज़ नॉट अ फैक्ट। ये सुप्रीम कोर्ट की एक कमेटी ने भी इस बात को नोट करा और स्टैब्लिश करा कि पोल्यूशन के कई और कारण हैं, मगर केजरीवाल साहब कहते थे मेरे पास सोल्यूशन है। भगवंत मान जी को मैं पूछना चाहता हूँ, या आपस में आप लोग बात नहीं करते हो केजरीवाल और आप? सोल्यूशन क्यों नहीं अब लागू हो रहा? आप भी आज भी अगर किसी हद तक कोई फार्म फायर है उसके लिए तो क्योंकि सोल्यूशन नहीं दे रही गवर्नमेंट की, कोई सपोर्ट नहीं है, और लैक ऑफ सपोर्ट करके किसान अगर उस बात पे वो जलाने के लिए मजबूर है, इट्स बिकॉज ऑफ द रॉन्ग पॉलिसीज ऑफ द गवर्नमेंट। मगर मैं केजरीवाल साहब से पूछना चाहता हूं, आज दिल्ली की पोल्यूशन का आप किसको जिम्मेवार ठहराते हो? उस वक्त तो आप ठहराते थे पंजाब के लोगों को और पंजाब की दूसरी सरकारों को, आज कौन जिम्मेवार है? इसलिए किसान को जो देश को अन्न देवे, जो देश के लिए कुर्बानी दे, जो देश के लिए जान दे, आज उसकी फसल रुले, उसको रेट ना मिले, पूरा 2320 MSP नहीं मिल रही है, वो बेचारा 2100 में बेच रहा है। यहाँ पे जो रॉन्ग पॉलिसीज हैं, दे आर टू ब्लेम। फार्मर से बड़ा पेट्रियाटिक आदमी कोई नहीं।